ਸੋ ਇੱਕ ਵਾਰ ਫਿਰ ਸਮੂਹ ਅਧਿਆਪਕਾਂ ਦਾ ਅਤੇ ਸਮੂਹ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਪਹਿਲੀ ਵੀਡੀਓ ਜਿਹੜੀ ਕਿ ਅਸੀਂ ਪੰਜਾਬ ਦੇ ਇਤਿਹਾਸ ਉੱਪਰ ਬਣਾਈ ਸੀ ਬਹੁਤ ਸਾਰਾ ਮਾਣ ਸਤਿਕਾਰ ਦਿੱਤਾ ਅਤੇ ਤੁਹਾਡੀ ਪ੍ਰੇਰਨਾ ਦੇ ਨਾਲ ਹੀ ਅੱਜ ਅਸੀਂ ਭਾਰਤ ਦੇ ਇਤਿਹਾਸ ਦੇ ਸੰਬੰਧ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਹੁਣ ਅਸੀਂ ਭਾਰਤ ਇਤਿਹਾਸ ਵਿੱਚੋਂ ਪਾਠ ਨੰਬਰ 1 ਸਿੰਧ ਘਾਟੀ ਦੀ ਸਭਤਾ ਲੈ ਕੇ ਹਾਜ਼ਰ ਹੋਏ ਹਾਂ। ਸੋ ਪਿਆਰੇ ਵਿਦਿਆਰਥੀਓ, ਜੇ ਗੱਲ ਕਰੀਏ ਕਿ ਸਿੰਧ ਘਾਟੀ ਦੀ ਸਭਤਾ ਦੀ ਖੋਜ ਕਿਸਨੇ ਕੀਤੀ, ਸੋ ਜਿਹੜਾ ਨਾਂ ਅਸੀਂ ਦੱਸਣ ਜਾ ਰਹੇ ਹਾਂ ਦਇਆ ਰਾਮ ਸਾਹਨੀ ਨੇ ਇਹਦੀ ਜਿਹੜੀ ਆ ਖੋਜ ਕੀਤੀ ਸੀਗੀ। ਤੇ ਇਸ ਦਾ ਜਿਹੜਾ ਪਹਿਲਾ ਸ਼ਹਿਰ ਖੋਜਿਆ ਗਿਆ ਸੀਗਾ ਉਸ ਨੂੰ ਹੜੱਪਾ ਨਾਂ ਦਾ ਜਿਹੜਾ ਸ਼ਹਿਰ ਦਿੱਤਾ ਗਿਆ। ਇਹ ਕੋਈ ਸਨ 1921 ਦੀ ਗੱਲ ਹੈ। ਸੋ ਦੂਸਰਾ ਸਥਾਨ ਜਿਹੜਾ ਇਹਦੇ ਨਾਲ ਖੋਜਿਆ ਗਿਆ ਉਹ ਸੀਗਾ ਮੋਹਨਜੋਦੜੋ। ਸੋ ਪਿਆਰੇ ਵਿਦਿਆਰਥੀਓ, ਕਈ ਵਾਰੀ ਇਹ ਕੁਐਸਚਨ ਆਉਂਦਾ ਹੈ ਕਿ ਮੋਹਨਜੋਦੜੋ ਦਾ ਅਰਥ ਕੀ ਹੈ। ਸੋ ਇਸ ਦਾ ਅਰਥ ਹੈ ਮੁਰਦਿਆਂ ਦਾ ਟਿੱਲਾ। ਜਦੋਂ ਖੁਦਾਈ ਕੀਤੀ ਗਈ ਸੀ ਤਾਂ ਬਹੁਤ ਸਾਰੇ ਜਿਹੜੇ ਮੁਰਦੇ ਆ ਉਹ ਖੁਦਾਈ ਵਿੱਚੋਂ ਜਿਹੜੇ ਆ ਉਹ ਨਿਕਲੇ ਸੀਗੇ। ਇਹ ਖੁਦਾਈ ਜਿਹੜੀ ਆ ਸਿੰਧ ਪ੍ਰਾਂਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਲੜਕਾਣਾ ਜ਼ਿਲ੍ਹਾ ਸੀਗਾ, ਉੱਥੇ ਇੱਕ ਬੋਧੀ ਸਤੂਪ ਦੀ ਖੁਦਾਈ ਜਿਹੜੀ ਕੀਤੀ ਸੀ, ਉੱਥੋਂ ਇਹ ਜਿਹੜੀ ਮੋਹਨਜੋਦੜੋ ਦੇ ਨਾਂ ਦੀ ਜਗ੍ਹਾ ਜਿਹੜੀ ਆ ਮਿਲੀ ਸੀਗੀ। ਔਰ ਕਿਹਾ ਜਾਂਦਾ ਹੈ ਕਿ ਮੋਹਨਜੋਦੜੋ ਨਗਰ ਜਿਹੜਾ ਆ 7 ਵਾਰੀ ਜਿਹੜਾ ਵਸਿਆ ਤੇ 7 ਵਾਰੀ ਜਿਹੜਾ ਨਸ਼ਟ ਹੋਇਆ। ਕੁਐਸਚਨ ਅਕਸਰ ਪੁੱਛਿਆ ਜਾਂਦਾ ਕਿ ਸ਼ਹਿਰ ਜਿਹੜਾ ਕਿੰਨੀ ਵਾਰੀ ਵਸਿਆ ਗਿਆ। ਸੋ ਮੋਹਨਜੋਦੜੋ ਦੀ ਖੋਜ ਦੀ ਗੱਲ ਕਰੀਏ ਤੇ R.D. ਬੈਨਰਜੀ ਨੇ ਜਿਹੜਾ ਆ ਸਨ 1922 ਦੇ ਵਿੱਚ ਇਸ ਦੀ ਜਿਹੜੀ ਆ ਖੋਜ ਜਿਹੜੀ ਆ ਕੀਤੀ। ਸੋ ਕਈ ਵਾਰੀ ਇਹ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਪਿਆਰੇ ਵਿਦਿਆਰਥੀਓ ਕਿ ਹੜੱਪਾ ਨਾਂ ਦਾ ਸ਼ਹਿਰ ਜਿਹੜਾ ਆ ਉਹ ਕਿਸ ਨਦੀ ਦੇ ਉੱਪਰ ਜਿਹੜਾ ਆ ਵਸਿਆ ਹੋਇਆ ਆ। ਸੋ ਇਸ ਦਾ ਆਨਸਰ ਜਿਹੜਾ ਤੁਹਾਨੂੰ ਲਿਖਣਾ ਪਵੇਗਾ ਕਿ ਹੜੱਪਾ ਸ਼ਹਿਰ ਜਿਹੜਾ ਆ ਉਹ ਰਾਵੀ ਨਦੀ ਦੇ ਕਿਨਾਰੇ ਉੱਪਰ ਜਿਹੜਾ ਆ ਪਿਆਰੇ ਵਿਦਿਆਰਥੀਓ ਵਸਿਆ ਹੋਇਆ ਸੀਗਾ। ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਕੋਲ ਪਾਠ ਹੈ ਇਸ ਸੰਬੰਧ ਵਿੱਚ ਕਿ ਵਿਸ਼ਾਲ ਜਿਹੜਾ ਇਸ਼ਨਾਨ ਘਰ ਸੀਗਾ ਸਿੰਧੂ ਘਾਟੀ ਵਿੱਚੋਂ ਮਿਲਿਆ, ਉਹਦੀ ਜਿਹੜੀ ਲੈਂਥ ਜਿਹੜੀ ਆ ਕਿੰਨੀ ਆ ਜਾਂ ਉਹਦੀ ਚੜਾਈ ਜਿਹੜੀ ਕਿੰਨੀ ਆ। ਸੋ 180 ਫੁੱਟ ਦੇ ਲਾਗੇ ਛਾਗੇ ਉਹ ਲੰਬਾ ਸੀਗਾ ਤੇ 108 ਫੁੱਟ ਜਿਹੜਾ ਆ ਉਹ ਚੌੜਾ ਸੀਗਾ। ਸੋ ਉਹਦੇ ਅੰਦਰ ਜਿਹੜਾ ਤਲਾਬ ਬਣਿਆ ਸੀਗਾ ਜਿਹਦੇ ਵਿੱਚ ਲੋਕ ਇਸ਼ਨਾਨ ਕਰਦੇ ਸੀਗੇ ਉਹ ਲਗਭਗ ਜਿਹੜਾ ਆ 39 ਫੁੱਟ ਲੰਬਾ ਸੀਗਾ, 23 ਫੁੱਟ ਚੌੜਾ ਸੀਗਾ ਤੇ 7 ਫੁੱਟ ਜਿਹੜਾ ਆ ਉਹ ਪਿਆਰੇ ਵਿਦਿਆਰਥੀਓ ਡੂੰਘਾ ਸੀਗਾ। ਸੋ ਜੇ ਗੱਲ ਕਰੀਏ ਕਿ ਕਾਲੀ ਬੰਗਨ ਸ਼ਹਿਰ ਕਿੱਥੇ ਹੈ ਸਿੰਧੂ ਘਾਟੀ ਦੇ ਵਿੱਚ ਜਿਹਦੇ ਜਿਹੜਾ ਮਿਲਿਆ ਸੀਗਾ, ਸੋ ਪਿਆਰੇ ਵਿਦਿਆਰਥੀਓ ਇਹ ਸਾਨੂੰ ਰਾਜਸਥਾਨ ਦੇ ਲਾਗੇ ਜਿਹੜਾ ਜ਼ਿਲ੍ਹਾ ਗੰਗਾ ਨਗਰ ਆ ਉੱਥੇ ਸਾਨੂੰ ਇਹ ਖੁਦਾਈ ਦੇ ਵਿੱਚੋਂ ਜਿਹੜਾ ਆ ਮਿਲਿਆ ਸੀਗਾ। ਔਰ ਇਹ ਵੀ ਸਵਾਲ ਪੁੱਛਿਆ ਜਾਂਦਾ ਕਿ ਕਾਲੀ ਬੰਗਨ ਜਿਹੜਾ ਆ ਕਿਸ ਚੀਜ਼ ਕਰਕੇ ਪ੍ਰਸਿੱਧ ਸੀਗਾ। ਸੋ ਪਿਆਰੇ ਵਿਦਿਆਰਥੀਓ, ਕਾਲੀਆਂ ਚੂੜੀਆਂ ਕਰਕੇ ਉੱਥੇ ਕਾਲੀਆਂ ਬੈਂਗਲ ਜਿਹੜੀਆਂ ਆ ਉਹ ਬਣਦੀਆਂ ਸੀਗੀਆਂ। ਔਰ ਲਗਭਗ ਇਹਦੀ ਜਿਹੜੀ ਖੋਜ ਆ 1953 ਦੇ ਵਿੱਚ ਜਿਹੜੀ ਆ ਹੋਈ ਸੀਗੀ। ਔਰ ਅਕਸਰ ਸਾਡੇ +1 ਦੇ ਵਿੱਚ ਇਹ ਕੁਐਸਚਨ ਵੀ ਪੁੱਛਿਆ ਜਾਂਦਾ ਕਿ ਲੋਥਲ ਜਿਹੜਾ ਆ ਕਿੱਥੇ ਸੀਗਾ। ਸੋ ਲੋਥਲ ਜਿਹੜਾ ਆ ਭਾਰਤ ਦੇ ਵਿੱਚ ਗੁਜਰਾਤ ਦੇ ਵਿੱਚ ਸਿੰਧ ਘਾਟੀ ਦੇ ਨਾਲ ਮਿਲਦਾ ਜੁਲਦਾ ਸਮਾਰਕ ਜਿਹੜਾ ਸਾਨੂੰ ਬੰਦਰਗਾਹ ਜਿਹੜੀ ਆ ਇੱਕ ਮਿਲੀ ਸੀਗੀ। ਇੱਥੇ ਬੰਦਰਗਾਹ ਦਾ ਕੰਮ ਹੁੰਦਾ ਸੀਗਾ ਜਾਂ ਕਹਿ ਲਓ ਕਿ ਗੋਦਾਮ ਦਾ ਕੰਮ ਵੀ ਇਹ ਲੋਥਲ ਵਿੱਚੋਂ ਜਿਹੜਾ ਲਿਆ ਜਾਂਦਾ ਸੀਗਾ। ਜੇ ਗੱਲ ਕਰੀਏ ਕਿ ਪ੍ਰਸਿੱਧ ਕਿਉਂ ਸੀਗਾ, ਇਹ ਆਪਣੀ ਵੱਡੀ ਬੰਦਰਗਾਹ ਕਾਰਨ ਜਿਹੜਾ ਆ ਇਹ ਪ੍ਰਸਿੱਧ ਸੀਗਾ। ਸੋ ਜੇ ਗੱਲ ਕਰੀਏ ਕਿ ਸਿੰਧ ਘਾਟੀ ਲੋਕਾਂ ਦਾ ਮੁੱਖ ਕਿੱਤਾ ਕੀ ਸੀਗਾ, ਸੋ ਪਿਆਰੇ ਵਿਦਿਆਰਥੀਓ ਖੇਤੀਬਾੜੀ ਜਿਹੜਾ ਇਹਨਾਂ ਦਾ ਕਿੱਤਾ ਸੀਗਾ। ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਸਿੰਧ ਘਾਟੀ ਲੋਕ ਸਭ ਤੋਂ ਵੱਧ ਕਿਹੜੀ ਦੇਵੀ ਦੀ ਪੂਜਾ ਕਰਦੇ ਸੀਗੇ, ਮਾਂ ਦੇਵੀ ਦੀ। ਤੇ ਮਾਂ ਦੇਵੀ ਨੂੰ ਸ਼ਕਤੀ ਦਾ ਪ੍ਰਤੀਕ ਜਿਹੜਾ ਆ ਮੰਨਿਆ ਜਾਂਦਾ ਸੀਗਾ। ਇਸ ਤੋਂ ਇਲਾਵਾ ਸ਼ਿਵ ਪਸ਼ੂਪਤੀ ਦੀ ਜਿਹੜੀ ਆ ਪੂਜਾ ਕੀਤੀ ਜਾਂਦੀ ਸੀ, ਉਹ ਵੀ ਮੂਰਤੀਆਂ ਜਿਹੜੀਆਂ ਖੁਦਾਈ ਦੇ ਵਿੱਚੋਂ ਜਿਹੜੀਆਂ ਸਾਨੂੰ ਮਿਲਦੀਆਂ ਹੈਗੀਆਂ। ਜੇ ਰੁੱਖ ਦੀ ਗੱਲ ਕਰੀਏ ਤੇ ਕਿਹੜਾ ਉਸ ਵੇਲੇ ਧਾਰਮਿਕ ਰੁੱਖ ਜਿਹੜੇ ਆ ਲੋਕ ਉਹਨੂੰ ਮੰਨਦੇ ਸੀਗੇ, ਪਿੱਪਲ ਨੂੰ ਬਹੁਤ ਜ਼ਿਆਦਾ ਜਿਹੜਾ ਆ ਧਾਰਮਿਕ ਮੰਨਿਆ ਗਿਆ ਹੈਗਾ ਆ। ਸੋ ਜੇ ਗੱਲ ਕਰੀਏ ਕਿ ਸਿੰਧੂ ਘਾਟੀ ਦੀਆਂ ਮੂਰਤੀਆਂ ਕਿਹੜੀ ਚੀਜ਼ ਤੋਂ ਜਿਹੜੀਆਂ ਬਣਾਈਆਂ ਜਾਂਦੀਆਂ ਸੀਗੀਆਂ, ਸੋ ਸਿੰਧ ਘਾਟੀ ਦੀਆਂ ਮੂਰਤੀਆਂ ਟੈਰਾਕੋਟਾ ਤੋਂ ਜਿਹੜੀਆਂ ਆ ਉਹ ਬਣਾਈਆਂ ਜਾਂਦੀਆਂ ਸੀਗੀਆਂ। ਜੇ ਲਿਪੀ ਦੀ ਗੱਲ ਕਰੀਏ ਤੇ ਚਿੱਤਰਮੀ ਲਿਪੀ ਜਿਹੜੀ ਆ ਉਹ ਕਹੀ ਜਾਂਦੀ ਹੈਗੀ ਆ। ਸੋ ਅੱਜ ਤੱਕ ਕਿੰਨੇ ਇਹਦੇ ਵਰਨ ਮਿਲੇ ਆ ਲਿਪੀ ਦੇ, ਉਹ ਲਗਭਗ 270 ਦੇ ਲਗਭਗ ਜਿਹੜੇ ਵਰਨ ਆ ਉਹ ਮਿਲੇ ਹੈਗੇ ਆ। ਉਹਦੇ ਸੱਜੇ ਤੋਂ ਖੱਬੇ ਪਾਸੇ ਜਿਹੜੀ ਆ ਲਿਖੀ ਜਾਂਦੀ ਸੀਗੀ। ਔਰ ਪਿਆਰੇ ਵਿਦਿਆਰਥੀਓ, ਅੱਜ ਤੱਕ
ਸਿੰਧ ਘਾਟੀ ਦੇ ਨਾਲ ਸੰਬੰਧਿਤ ਜਿਹੜੇ ਸਮਾਰਕ ਆ ਜਾਂ ਜਿਹੜੇ ਨਾਲ ਰਿਲੇਟਡ ਜਗ੍ਹਾ ਆ ਉਹ ਲਗਭਗ ਭਾਰਤ ਵਿੱਚ ਜਾਂ ਹੋਰ ਪੂਰੀ ਦੁਨੀਆ ਵਿੱਚ ਲਗਭਗ 300 ਥਾਂ ਤੇ ਜਿਹੜਾ ਆ ਖੋਜ ਹੋ ਚੁੱਕੀ ਹੈ। तो प्यारे विद्यार्थियों, ਹੁਣ ਅਸੀਂ +1 ਕਲਾਸ ਇਤਿਹਾਸ ਦਾ ਦੂਸਰਾ ਪਾਠ ਭਾਰਤੀ ਆਰੀਆ ਸ਼ੁਰੂ ਕਰਨ ਜਾ ਰਹੇ ਹਾਂ। तो प्यारे विद्यार्थियों, ਭਾਰਤੀ ਆਰੀਆ ਪਾਠ ਵਿੱਚੋਂ ਜੇ ਅਸੀਂ ਪਹਿਲੇ ਪ੍ਰਸ਼ਨ ਦੀ ਗੱਲ ਕਰੀਏ ਤਾਂ ਇਹ ਪੁੱਛਿਆ ਜਾਂਦਾ ਕਿ ਆਰੀਆ ਲੋਕ ਕਿਸ ਰਸਤੇ ਭਾਰਤ ਆਏ। ਸੋ ਪਿਆਰੇ ਵਿਦਿਆਰਥੀਓ, ਇਸ ਦਾ ਉੱਤਰ ਜਿਹੜਾ ਹੈ ਅਫਗਾਨਿਸਤਾਨ ਹੈ। ਸੋ ਅਕਸਰ ਇਹ ਕੁਐਸਚਨ ਪੇਪਰਾਂ ਵਿੱਚ ਪੁੱਛਿਆ ਜਾਂਦਾ +1 ਦੀ ਕਲਾਸ ਦੇ ਵਿੱਚ ਕਿ ਆਰੀਆ ਸ਼ਬਦ ਦਾ ਮਤਲਬ ਕੀ ਹੈ। ਸੋ ਆਰੀਆ ਸ਼ਬਦ ਜਿਹੜੇ ਆ ਉਸ ਦਾ ਮਤਲਬ ਹੈ ਕਿ ਸ਼੍ਰੇਸ਼ਟ, ਸਭ ਤੋਂ ਕਲੀਨ ਲੋਕ, ਸਭ ਤੋਂ ਵਧੀਆ ਲੋਕ ਆਪਣੇ ਆਪ ਨੂੰ ਆਰੀਆ ਲੋਕ ਜਿਹੜੇ ਮੰਨਦੇ ਸੀਗੇ। ਜੇ ਇਹਨਾਂ ਦੇ ਨਿਵਾਸ ਸਥਾਨ ਬਾਰੇ ਗੱਲ ਕਰੀਏ, ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਨਿਵਾਸ ਸਥਾਨਾਂ ਬਾਰੇ ਗੱਲ ਕੀਤੀ ਹੈ, ਜਿਹਦੇ ਵਿੱਚੋਂ ਪਹਿਲਾ ਨਿਵਾਸ ਸਥਾਨ ਹੈ ਸਪਤ ਸਿੰਧੂ ਦੇ ਨਾਲ, ਜਿਹੜਾ ਇਹ ਸਿਧਾਂਤ ਹੈ। ਸੋ ਪਿਆਰੇ ਵਿਦਿਆਰਥੀਓ, ਏਸੀ ਦਾਸ ਅਤੇ ਕੇ.ਐਮ. ਮੁੰਸ਼ੀ ਅਤੇ ਡਾਕਟਰ ਸੰਪੂਰਨਾਨੰਦ ਨੇ ਇਹ ਸਿਧਾਂਤ ਪੇਸ਼ ਕੀਤਾ, ਪਰ ਇਹਦੇ ਪਿੱਛੇ ਇੱਕ ਰੀਜ਼ਨ ਹੈ, ਇੱਕ ਕਾਰਨ ਹੈ ਸਪਤ ਸਿੰਧੂ ਸਿਧਾਂਤ ਪਿੱਛੇ ਕਿ ਉਹਨਾਂ ਨੇ ਰਿਗਵੇਦ ਦੇ ਭੂਗੋਲਿਕ ਗਿਆਨ ਦੇ ਆਧਾਰ ਤੇ ਇਹ ਸਿਧਾਂਤ ਜਿਹੜਾ ਪੇਸ਼ ਕੀਤਾ ਸੀਗਾ। ਤੇ ਜੇ ਗੱਲ ਕਰੀਏ ਕਿ ਤਿੱਬਤ ਦੇ ਸਿਧਾਂਤ ਦੀ ਗੱਲ ਕਰੀਏ, ਇਹ ਦੋ ਤਰ੍ਹਾਂ ਦਾ ਕੁਐਸਚਨ ਪਿਆਰੇ ਵਿਦਿਆਰਥੀਓ ਪੁੱਛਿਆ ਜਾ ਸਕਦਾ। ਪਹਿਲਾਂ ਤਾਂ ਕੁਐਸਚਨ ਇਹ ਪੁੱਛਿਆ ਜਾ ਸਕਦਾ ਕਿ ਜਿਹੜਾ ਆਰੀਆ ਧਰਮ ਹੈ ਜਾਂ ਆਰੀਆ ਸਮਾਜ ਆ ਉਹਦਾ ਮੋਢੀ ਜਿਹੜਾ ਕਿਹਨੂੰ ਕਿਹਾ ਜਾਂਦਾ। ਸੋ ਪਿਆਰੇ ਵਿਦਿਆਰਥੀਓ, ਆਰੀਆ ਸਮਾਜ ਦੇ ਮੋਢੀ ਸਵਾਮੀ ਦਯਾਨੰਦ ਨੂੰ ਜਿਹੜਾ ਆ ਮੰਨਿਆ ਜਾਂਦਾ। ਉਹਨਾਂ ਨੇ ਇੱਕ ਆਪਣੀ ਕਿਤਾਬ ਲਿਖੀ ਸੀ ਜਿਹਦਾ ਨਾਂ ਸੀਗਾ ਸਤਿਆਰਥ ਪ੍ਰਕਾਸ਼। ਉਹਦੇ ਵਿੱਚ ਉਹਨਾਂ ਨੇ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਆਰੀਆ ਲੋਕ ਆ ਇਹ ਤਿੱਬਤ ਦੇ ਨਿਵਾਸੀ ਸੀ ਜਾਂ ਉੱਥੋਂ ਜਿਹੜੇ ਆ ਰਹਿਣ ਵਾਲੇ ਸੀਗੇ। ਫਿਰ ਇੱਕ ਕਿਤਾਬ ਦਾ ਨਾਂ ਸੀਗਾ ਕਿ ਆਪਣੇ ਆਰਟਿੰਗ ਹੋਮਨ ਵੇਦਾਸ ਦਾ ਲੇਖਕ ਕੌਣ ਹੈ। ਸੋ ਬਾਲ ਗੰਗਾਧਰ ਤਿਲਕ ਉਸ ਦਾ ਜਿਹੜਾ ਆ ਲੇਖਕ ਹੈ। ਸੋ ਸਭ ਤੋਂ ਜ਼ਿਆਦਾ ਜੇ ਗੱਲ ਕਰੀਏ ਕਿ ਕਿਸ ਸਿਧਾਂਤ ਨੂੰ ਮੰਨਿਆ ਗਿਆ, ਤੇ ਮੱਧ ਏਸ਼ੀਆ ਦੇ ਸਿਧਾਂਤ ਨੂੰ ਸਭ ਤੋਂ ਜ਼ਿਆਦਾ ਜਿਹੜਾ ਲੋਕਾਂ ਨੇ ਸਹੀ ਜਿਹੜਾ ਆ ਉਹ ਮੰਨਿਆ ਹੈਗਾ ਆ। ਸੋ ਸ਼ੁਰੂ ਦੇ ਵਿੱਚ ਜੇ ਗੱਲ ਕਰੀਏ ਕਿ ਆਰੀਆ ਲੋਕ ਕਿੱਥੇ ਰਹਿੰਦੇ ਸਨ, ਸੋ ਪਿਆਰੇ ਵਿਦਿਆਰਥੀਓ, ਸ਼ੁਰੂ ਦੇ ਵਿੱਚ ਜਿਹੜੇ ਆਰੀਆ ਲੋਕ ਆ ਇਹ ਸਪਤ ਸਿੰਧੂ ਪ੍ਰਦੇਸ਼ ਦੇ ਵਿੱਚ ਹੀ ਜਿਹੜੇ ਰਹਿੰਦੇ ਸੀਗੇ। ਔਰ ਉਸ ਵੇਲੇ ਸਪਤ ਸਿੰਧੂ ਵਿੱਚ 7 ਨਦੀਆਂ ਜਿਹੜੀਆਂ ਵਹਿੰਦੀਆਂ ਸੀਗੀਆਂ, ਉਹ ਨਦੀਆਂ ਸੀਗੀਆਂ ਸਤਲੁਜ ਸੀਗੀ, ਰਾਵੀ ਸੀਗੀ, ਬਿਆਸ ਸੀਗੇ ਪਿਆਰੇ ਵਿਦਿਆਰਥੀਓ, ਚਨਾਬ ਸੀਗੀ, ਜੇਹਲਮ ਨਦੀ, ਸਿੰਧ, ਸਰਸਵਤੀ। ਇਸ ਕਰਕੇ ਇਸ ਨੂੰ ਸਪਤ ਸਿੰਧੂ ਵੀ ਜਿਹੜਾ ਆ ਉਹ ਕਿਹਾ ਜਾਂਦਾ ਸੀਗਾ। ਔਰ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ ਕਿ ਸਪਤ ਸਿੰਧੂ ਨੂੰ ਬ੍ਰਹਮਵਰਤ ਦਾ ਨਾਂ ਜਿਹੜਾ ਕਿਉਂ ਦਿੱਤਾ ਗਿਆ। ਸੋ ਪਿਆਰੇ ਵਿਦਿਆਰਥੀਓ, ਇਹਦੇ ਪਿੱਛੇ ਜਿਹੜਾ ਕਾਰਨ ਆ ਕਿਉਂਕਿ ਇੱਥੇ ਜਿਹੜਾ ਆ ਰਿਗਵੇਦ ਦੀ ਰਚਨਾ ਜਿਹੜੀ ਆ ਉਹ ਹੋਈ ਸੀਗੀ। ਸਪਤ ਸਿੰਧੂ ਤੋਂ ਬਾਅਦ ਜਿਹੜੇ ਆਰੀਆ ਲੋਕ ਆ ਕਿਹੜੇ ਮੈਦਾਨ ਵੱਲ ਵਧੇ, ਸੋ ਗੰਗਾ ਦੇ ਮੈਦਾਨ ਵੱਲ ਜਿਹੜਾ ਆ ਉਹ ਸਾਰੇ ਵਿਦਿਆਰਥੀ ਵਧੇ। ਪਿਆਰੇ ਵਿਦਿਆਰਥੀਓ, ਜੇ ਗੱਲ ਕਰੀਏ ਕਿ ਭਾਰਤ ਦਾ ਸਭ ਤੋਂ ਵੱਡਾ ਕਾਵਿ ਗ੍ਰੰਥ ਕਿਹੜਾ ਹੈ, ਸੋ ਮਹਾਭਾਰਤ ਨੂੰ ਜਿਹੜਾ ਆ ਮੰਨਿਆ ਜਾਂਦਾ ਹੈਗਾ। ਔਰ ਇਹ ਕੁਐਸਚਨ ਅਕਸਰ ਪੁੱਛਿਆ ਜਾਂਦਾ ਆ ਕਿ ਮਹਾਭਾਰਤ ਦੀ ਰਚਨਾ ਜਿਹੜੀ ਕਿਸ ਨੇ ਕੀਤੀ। ਸੋ ਮਹਾਰਿਸ਼ੀ ਵੇਦ ਵਿਆਸ ਨੇ ਕੀਤੀ ਔਰ ਲਗਭਗ ਇਹਦੇ ਵਿੱਚ 1 ਲੱਖ ਤੋਂ ਵੱਧ ਜਿਹੜੇ ਆ ਉਹ ਸ਼ਲੋਕ ਜਿਹੜੇ ਆ ਮੰਨੇ ਜਾਂਦੇ ਆ। ਜੇ ਗੱਲ ਕਰੀਏ ਕਿ ਰਮਾਇਣ ਦੇ ਰਚਨਾਕਾਰ ਜਿਹੜੇ ਕੌਣ ਆ, ਸੋ ਇਤਿਹਾਸ ਦੇ ਵਿੱਚ ਮਹਾਰਿਸ਼ੀ ਵਾਲਮੀਕ ਜੀ ਨੂੰ ਜਿਹੜਾ ਆ ਇਹ ਮਾਨਮੱਤਾ ਜਿਹੜਾ ਪ੍ਰਾਪਤ, ਉਹਨਾਂ ਨੇ ਰਮਾਇਣ ਦੀ ਰਚਨਾ ਜਿਹੜੀ ਕੀਤੀ ਹੈਗੀ ਆ। ਸੋ ਵਿਸ਼ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀਗਾ, ਵਿਸ਼ਪਤੀ ਜਿਹੜਾ ਕਿਹਾ ਜਾਂਦਾ ਸੀਗਾ। ਸੋ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ ਕਿ ਰਾਜੇ ਦੀ ਸਹਾਇਤਾ ਲਈ ਕਿਹੜੀਆਂ 2 ਸੰਸਥਾਵਾਂ ਉਸ ਜ਼ਮਾਨੇ ਦੇ ਵਿੱਚ ਜਿਹੜੀਆਂ ਬਣੀਆਂ ਸੀਗੀਆਂ। ਸੋ ਸਭਾ ਤੇ ਸਮਿਤੀ। ਇੱਥੇ ਦੱਸਣਯੋਗ ਗੱਲ ਆ ਕਿ ਜਿਹੜੀ ਸਭਾ ਸੀਗੀ ਉਹਦੇ ਵਿੱਚ ਕਬੀਲੇ ਦੇ ਸਿਆਣੇ ਬਜ਼ੁਰਗ ਜਿਹੜੇ ਕਿ ਰਾਜਨੀਤਿਕ ਮਾਮਲੇ ਵਿੱਚ ਸਲਾਹ ਦਿੰਦੇ ਸੀਗੇ, ਤੇ ਜਿਹੜੀ ਸਮਿਤੀ ਹੁੰਦੀ ਸੀਗੀ ਉਹ ਸੰਪੂਰਨ ਲੋਕਾਂ ਦਾ ਜਿਹੜਾ ਆ ਸੰਘ ਹੁੰਦਾ ਸੀ। ਜਿਉਂ-ਜਿਉਂ ਆਰੀਆ ਲੋਕਾਂ ਨੇ ਤਰੱਕੀ ਕੀਤੀ ਤੇ ਜਿਹੜੇ ਕਬੀਲੇ ਆ ਪਹਿਲਾਂ ਛੋਟੇ ਸੀਗੇ, ਫਿਰ ਵੱਡੇ ਬਣ ਗਏ, ਰਾਜਾਂ ਦਾ ਨਾਮ ਬਣ ਗਿਆ। ਸੋ ਉਹਦੇ ਵਿੱਚ ਮੁੱਖ ਉਸ ਵੇਲੇ ਰਾਜ ਜਿਹੜੇ ਸੀਗੇ ਅਨੁਸ਼, ਪੁਰੂ, ਭਰਤ, ਜਦੂ, ਤਰੋਸ਼ੂ, ਇਹ ਜਿਹੜੇ ਆ ਉਸ ਵੇਲੇ ਮੁੱਖ ਕਬੀਲੇ ਪਿਆਰੇ ਵਿਦਿਆਰਥੀਓ ਮੰਨੇ ਜਾਂਦੇ ਸੀਗੇ। ਸੋ ਸਾਂਝੇ ਪਰਿਵਾਰ ਦਾ ਜਿਹੜਾ ਉਸ ਵੇਲੇ ਮੰਨਿਆ ਜਾਂਦਾ ਸੀਗਾ। ਜੇ ਗੱਲ ਕਰੀਏ ਕਿ ਰਿਗਵੇਦ ਵਿੱਚ ਕਿੰਨੇ ਦੇਵਤਿਆਂ ਦਾ ਵਰਣਨ ਕੀਤਾ ਗਿਆ, ਸੋ ਲਗਭਗ 33 ਦੇਵਤੇ ਮੰਨੇ ਗਏ ਹੈਗੇ ਆ। ਔਰ ਇਹ ਕਿਹੜੇ ਦੇਵਤੇ ਸੀ? ਪ੍ਰਿਥਵੀ ਦੇ ਦੇਵਤੇ, ਆਕਾਸ਼ ਦੇ ਦੇਵਤੇ ਤੇ ਵਾਯੂ ਮੰਡਲ ਦੇ ਦੇਵਤੇ ਸੀਗੇ। ਔਰ ਸਭ ਤੋਂ ਵੱਡਾ ਦੇਵਤਾ ਕਿਸ ਨੂੰ ਮੰਨਿਆ ਜਾਂਦਾ? ਸੋ ਸਭ ਤੋਂ ਵੱਡਾ ਦੇਵਤਾ ਜਿਹੜਾ ਹੈ ਉਹ ਵਰਨ ਨੂੰ, ਜਿਸ ਨੂੰ ਕਿ ਆਕਾਸ਼ ਦਾ ਦੇਵਤਾ ਵੀ ਕਿਹਾ ਜਾਂਦਾ ਹੈ। ਤੇ
ਵਰੁਣ ਤੋਂ ਬਾਅਦ ਦੂਸਰਾ ਦੇਵਤਾ ਜਿਹੜਾ ਆ ਉਹ ਇੰਦਰ ਸੀਗਾ। ਇੰਦਰ ਨੂੰ ਮੀਂਹ ਦਾ ਦੇਵਤਾ, ਹਨੇਰੀ ਦਾ, ਬਿਜਲੀ ਦਾ, ਤੂਫਾਨ ਦਾ ਦੇਵਤਾ ਜਿਹੜਾ ਆ ਮੰਨਿਆ ਗਿਆ ਹੈਗਾ। ਔਰ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਆ ਕਿ ਰਿਗਵੇਦ ਵਿੱਚ ਸਭ ਤੋਂ ਵੱਧ ਮੰਤਰ ਕਿਹਦੀ ਪ੍ਰਸ਼ੰਸਾ ਦੇ ਵਿੱਚ ਲਿਖੇ ਗਏ ਆ। ਸੋ ਪਿਆਰੇ ਵਿਦਿਆਰਥੀਓ, ਲਗਭਗ ਇੰਦਰ ਦੀ ਪ੍ਰਸ਼ੰਸਾ ਦੇ ਵਿੱਚ ਲਗਭਗ 250 ਜਿਹੜੇ ਮੰਤਰ ਜਿਹੜੇ ਆ ਉਹ ਲਿਖੇ ਗਏ ਹੈਗੇ ਆ। ਸੋ ਜੇ ਅਗਨੀ ਦੇਵਤਾ ਕਿਸ ਦੇ ਨਾਲ ਸੰਬੰਧ ਰੱਖਦਾ, ਵਿਆਹ ਅਤੇ ਅੰਤਮ ਸੰਸਕਾਰ ਦੇ ਨਾਲ ਜੇ ਗੱਲ ਕਰੀਏ, ਸੋ ਮੌਤ ਦਾ ਦੇਵਤਾ ਜਮ ਜਿਹੜਾ ਆ ਉਹ ਮੰਨਿਆ ਜਾਂਦਾ ਹੈਗਾ। ਜੇ ਗੱਲ ਕਰੀਏ ਕਿ ਉੱਤਰ ਵੈਦਿਕ ਕਾਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਯੱਗ ਕਿਹੜਾ ਸੀਗਾ, ਸੋ ਅਸ਼ਵਮੇਧ ਯੱਗ। ਪਿਆਰੇ ਵਿਦਿਆਰਥੀਓ, ਅਸ਼ਵਮੇਧ ਯੱਗ ਵਿੱਚ ਕੀ ਸੀਗਾ ਕਿ ਘੋੜਾ ਰਾਜਾ ਜਿਹੜਾ ਆ ਘੋੜਾ ਛੱਡ ਦਿੰਦਾ ਸੀਗਾ। ਜਿੱਥੋਂ ਘੋੜਾ ਗੁਜ਼ਰ ਜਾਵੇ, ਜੇ ਕੋਈ ਨਾ ਫੜੇ, ਉਹ ਇਲਾਕਾ ਰਾਜੇ ਦੇ ਅਧੀਨ ਹੈ। ਜੇ ਕੋਈ ਉਸ ਘੋੜੇ ਨੂੰ ਫੜ ਲਿਆਵੇ ਤੇ ਉਹ ਰਾਜੇ ਨੂੰ ਚੁਣੌਤੀ ਦਿੰਦਾ ਸੀ, ਚੈਲੰਜ ਕਰਦਾ ਸੀਗਾ ਕਿ ਮੇਰੇ ਨਾਲ ਤੂੰ ਯੁੱਧ ਕਰ। ਔਰ ਇਸ ਤੋਂ ਮਗਰ ਜਿਹੜੇ ਘੋੜੇ ਦੀ ਬਲੀ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਸੀਗੀ। ਸੋ ਹੋਰ ਵੀ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਜਿਹੜੇ ਇਸ ਪਾਠ ਦੇ ਵਿੱਚੋਂ ਤੁਹਾਡੇ ਨਾਲ ਮੈਂ ਸਾਂਝੇ ਕਰਨ ਜਾ ਰਿਹਾ ਕਿ ਆਸ਼ਰਮ ਜਿਹੜੇ ਆ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਸੀ। ਪਿਆਰੇ ਵਿਦਿਆਰਥੀਓ, 4 ਆਸ਼ਰਮ ਹੁੰਦੇ ਸੀਗੇ, ਬ੍ਰਹਮਚਾਰੀਆ, ਗ੍ਰਸਥ, ਵਾਨਪ੍ਰਸਥ, ਸੰਨਿਆਸ। ਔਰ ਇਹ 25-25 ਸਾਲ ਤੋਂ ਹੁੰਦੇ ਸੀ। 1 ਤੋਂ 25 ਸਾਲ ਬ੍ਰਹਮਚਾਰੀ, 25 ਤੋਂ 50 ਗ੍ਰਸਥ, 50 ਤੋਂ 75 ਵਾਨਪ੍ਰਸਥ ਅਤੇ 75 ਤੋਂ 100 ਸੰਨਿਆਸ ਜਿਹੜਾ ਆ ਇਸ ਨੂੰ ਮੰਨਿਆ ਜਾਂਦਾ ਸੀਗਾ। ਸੋ ਜੇ ਆਰੀਆ ਲੋਕਾਂ ਦੇ ਮੁੱਖ ਖੇਤੀਬਾੜੀ ਕਿੱਤੇ ਦੀ ਗੱਲ ਕਰੀਏ ਤੇ ਖੇਤੀਬਾੜੀ ਜਿਹੜਾ ਕਿਹਾ ਜਾਂਦਾ ਸੀਗਾ। ਜੇ ਗੱਲ ਕਰੀਏ ਕਿ ਦੌਲਤ ਦਾ ਮਾਪ ਕਿਸ ਚੀਜ਼ ਨਾਲ ਉੱਤਰ ਵੈਦਿਕ 'ਚ ਮਾਪਿਆ ਜਾਂਦਾ ਸੀ, ਸੋ ਪਿਆਰੇ ਵਿਦਿਆਰਥੀਓ, ਪਸ਼ੂਆਂ ਦੀ ਗਿਣਤੀ ਨੂੰ ਜਿਹੜਾ ਆ ਮੱਦੇ ਨਜ਼ਰ ਰੱਖ ਕੇ ਉਹਨਾਂ ਨੂੰ ਜਿਹੜਾ ਆ ਮੰਨਿਆ ਜਾਂਦਾ ਸੀਗਾ। ਸੋ ਜੇ ਸਿੱਕਿਆਂ ਦੀ ਗੱਲ ਕਰੀਏ, ਕਿਹੜੇ ਸਿੱਕੇ ਆ, ਨਿਸ਼ਕ, ਸਤਮਾਨ ਤੇ ਕ੍ਰਿਸ਼ਮਾਨ ਸਿੱਕੇ ਉਸ ਵੇਲੇ ਚੱਲਦੇ ਸੀ। ਇੱਥੇ ਸਾਡੇ ਦੂਸਰੇ ਪਾਠ ਦੀ ਸਮਾਪਤੀ ਹੁੰਦੀ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਜਿਹੜਾ ਤੁਹਾਡਾ ਬਾਇਓਮੰਤਰੀ ਟੈਸਟ ਜੁਲਾਈ 'ਚ ਹੋ ਰਿਹਾ +1 ਦਾ, ਉਹਦਾ ਜਿਹੜਾ ਅੰਤਿਮ ਪਾਠ ਹੈ ਸਿਲੇਬਸ ਦੇ ਮੁਤਾਬਕ ਜੈਨ ਮਤ ਤੇ ਬੁੱਧ ਮਤ ਦੇ 1 ਨੰਬਰਾਂ ਵਾਲੇ ਕੁਐਸਚਨ ਬਾਰੇ ਡਿਸਕਸ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਜੇ ਇਸ ਚੈਪਟਰ ਦੇ ਵਿੱਚੋਂ ਮਸ਼ਹੂਰ ਕੁਐਸਚਨਾਂ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਬਣਦਾ ਹੈ ਕਿ ਜੈਨ ਧਰਮ ਦਾ ਮੋਢੀ ਜਿਹੜਾ ਕਿਸ ਨੂੰ ਮੰਨਿਆ ਜਾਂਦਾ, ਸੋ ਉਹਦਾ ਜਿਹੜਾ ਉੱਤਰ ਆ ਸਵਾਮੀ ਮਹਾਵੀਰ ਜਿਹੜਾ ਮੰਨਿਆ ਜਾਂਦਾ ਹੈਗਾ। ਔਰ ਜੈਨ ਧਰਮ ਦੇ ਵਿੱਚ ਗੁਰੂ ਨੂੰ ਜਿਹੜਾ ਆ ਤੀਰਥੰਕਰ ਦਾ ਨਾਂ ਜਿਹੜਾ ਦਿੱਤਾ ਗਿਆ ਹੈਗਾ। ਜੇ ਗੱਲ ਕਰੀਏ ਕਿ ਜੈਨ ਧਰਮ ਦੇ ਪਹਿਲੇ ਤੀਰਥੰਕਰ ਕੌਣ ਹੋਏ ਹਨ, ਤਾਂ ਉਹਨਾਂ ਦਾ ਨਾਂ ਜਿਹੜਾ ਰਿਸ਼ਭਨਾਥ ਜਿਹੜਾ ਕਿਹਾ ਜਾਂਦਾ ਹੈ। ਔਰ ਇਹਨਾਂ ਦੇ ਕੁੱਲ 24 ਤੀਰਥੰਕਰ ਹੋਏ ਹੈਗੇ ਆ ਤੇ ਜੈਨ ਧਰਮ ਦਾ 23ਵਾਂ ਤੀਰਥੰਕਰ ਜਿਹੜਾ ਹੈ ਉਹ ਪਾਰਸ਼ਵਨਾਥ ਨੂੰ ਜਿਹੜਾ ਆ ਉਹ ਮੰਨਿਆ ਜਾਂਦਾ ਹੈਗਾ। ਸੋ ਗੱਲ ਕਰਦੇ ਹਾਂ ਅਸੀਂ ਹੁਣ ਕਿ ਸਵਾਮੀ ਮਹਾਵੀਰ ਦਾ ਜਨਮ ਜਿਹੜਾ ਆ ਉਹ ਕਦੋਂ, ਕਿੱਥੇ ਅਤੇ ਕਿਸ ਦੇ ਘਰ ਹੋਇਆ। ਸੋ ਪਿਆਰੇ ਵਿਦਿਆਰਥੀਓ, ਸਵਾਮੀ ਮਹਾਵੀਰ ਦਾ ਜਨਮ 599 ਦੇ ਵਿੱਚ ਵਿਸ਼ਾਲੀ ਨੇੜੇ ਕੁੰਡਗ੍ਰਾਮ, ਅੱਜ ਕੱਲ੍ਹ ਦੇ ਮਾਡਰਨ ਬਿਹਾਰ ਦੇ ਵਿੱਚ ਇੱਕ ਜ਼ਿਲ੍ਹਾ ਹੈ ਮੁਜ਼ੱਫਰਪੁਰ, ਉੱਥੇ ਕੁੰਡਗ੍ਰਾਮ ਦੇ ਕੋਲ ਜਿਹੜਾ ਇਹਨਾਂ ਦਾ ਹੋਇਆ। ਸੋ ਇਹਨਾਂ ਦੇ ਬਚਪਨ ਦਾ ਨਾਂ ਵਰਤਮਾਨ ਸੀਗਾ। ਸੋ ਇਹਨਾਂ ਦੇ ਫਾਦਰ ਦਾ ਨਾਮ ਜਿਹੜਾ ਸਿਧਾਰਥ ਸੀਗਾ ਔਰ ਇਹਨਾਂ ਦੀ ਮਾਤਾ ਦਾ ਨਾਂ ਜਿਹੜਾ ਆ ਤ੍ਰਿਸ਼ਲਾ ਜਿਹੜਾ ਕਿਹਾ ਜਾਂਦਾ ਆ। ਸੋ ਸਵਾਮੀ ਮਹਾਵੀਰ ਦੀ ਜੇ ਮੈਰਿਜ ਦੀ ਗੱਲ ਕਰੀਏ ਕਿ ਕਿਸ ਨਾਲ ਮੈਰਿਜ ਹੋਈ, ਸੋ ਪਿਆਰੇ ਵਿਦਿਆਰਥੀਓ, ਜਿਹੜੀ ਇਹਨਾਂ ਦੀ ਮੈਰਿਜ ਆ ਉਹ ਰਾਜਕੁਮਾਰੀ ਯਸ਼ੋਦਾ ਦੇ ਨਾਲ ਹੋਈ। ਉਹਨਾਂ ਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ ਜਿਹਦਾ ਨਾਂ ਜਿਹੜਾ ਪ੍ਰਿਯ ਦਰਸ਼ਨਾ ਜਾਂ ਅਨੋਜਾ ਜਿਹੜਾ ਆ ਇਤਿਹਾਸਕਾਰਾਂ ਨੇ ਦੱਸਿਆ ਹੈਗਾ। ਔਰ ਸਵਾਮੀ ਮਹਾਵੀਰ ਕਿੰਨੇ ਸਾਲ ਦੀ ਉਮਰ ਵਿੱਚ ਘਰੋਂ ਤਪੱਸਿਆ ਕਰਨ ਲਈ ਜਿਹੜਾ ਆ ਗਿਆਨ ਪ੍ਰਾਪਤੀ ਵਾਸਤੇ ਘਰੋਂ ਜਿਹੜੇ ਚਲੇ ਗਏ। ਸੋ ਬਹੁਤ ਹੀ ਪਿਆਰੇ ਵਿਦਿਆਰਥੀਓ, ਲਗਭਗ ਇਹਨਾਂ ਦੀ ਉਮਰ ਜਿਹੜੀ ਆ ਉਸ ਵੇਲੇ 30 ਸਾਲ ਦੀ ਉਮਰ ਜਿਹੜੀ ਇਹਨਾਂ ਨੂੰ ਮੰਨੀ ਗਈ ਹੈਗੀ ਆ ਜਦੋਂ ਇਹ ਆਪਣੇ ਘਰੋਂ ਜਿਹੜਾ ਆ ਚਲੇ ਜਾਂਦੇ ਹੈਗੇ ਆ। ਸੋ ਜੇ ਗੱਲ ਕਰੀਏ ਕਿ ਵਰਤਮਾਨ ਦਾ ਮਤਲਬ ਕੀ ਹੈ ਜਾਂ ਵਰਤਮਾਨ ਜਿਨ ਤੋਂ ਕੀ ਭਾਵ ਹੈ, ਸੋ ਇਹਦਾ ਮਤਲਬ ਕਿ ਇੰਦਰੀਆਂ ਦਾ ਜੇਤੂ, ਜਿਸ ਨੇ ਆਪਣੀ ਇੰਦਰੀਆਂ ਤੇ ਕਾਬੂ ਜਿਹੜਾ ਆ ਪਾ ਲਿਆ ਹੈਗਾ। ਤੇ ਜੇ ਗੱਲ ਕਰੀਏ ਕਿ ਮਹਾਵੀਰ ਤੋਂ ਕੀ ਭਾਵ ਹੈ, ਜੈਨ ਧਰਮ ਦੇ ਵਿੱਚ ਅਕਸਰ ਜਿਹੜਾ ਆ ਬੜੀ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਮਹਾਵੀਰ ਤੋਂ ਕੀ ਭਾਵ ਹੈ। ਸੋ ਮਹਾਨ ਜੇਤੂ, ਜਿਸ ਨੇ ਮਹਾਨ ਜੇਤੂ ਆਪਣੇ ਆਪ ਨੇ ਇਸ਼ਾਵਾਂ ਤੇ ਕਾਬੂ ਪਾ ਲਿਆ ਹੈ, ਇਹ ਕਿਹਾ ਜਾ ਸਕਦਾ ਹੈਗਾ। ਸੋ ਉਸ ਵੇਲੇ ਜੇ ਇਹ ਕੁਐਸਚਨ ਆਵੇ ਤੁਹਾਨੂੰ ਕਿ ਮਹਾਵੀਰ ਸਵਾਮੀ ਦੇ ਜਿਹੜੇ ਪ੍ਰਚਾਰ ਕੇਂਦਰ ਸੀਗੇ ਜਿੱਥੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਸੀ, ਕਿਹੜੇ ਕਿਹੜੇ ਕੇਂਦਰ ਸੀਗੇ, ਸੋ ਰਾਜਗ੍ਰਹਿ ਕੇਂਦਰ ਸੀਗਾ, ਵਿਸ਼ਾਲੀ ਵਿਖੇ ਪ੍ਰਚਾਰ ਕਰਦੇ ਸੀਗੇ, ਕੌਸ਼ਲ 'ਚ ਪ੍ਰਚਾਰ ਕਰਦੇ ਸੀਗੇ, ਮਿਥਿਲਾ, ਵਿਦੇਹ ਇੱਥੇ ਆਦਿ ਅੰਗ ਆਦਿ ਰਾਜਾਂ ਵਿੱਚ ਪ੍ਰਚਾਰ ਜਿਹੜਾ ਆ ਉਹ ਕਰਿਆ ਕਰਦੇ ਸੀਗੇ।
ਜੇ ਗੱਲ ਕਰੀਏ ਕਿ ਸਵਾਮੀ ਮਹਾਵੀਰ ਸਵਾਮੀ ਨੂੰ ਨਿਰਵਾਣ ਕਦੋਂ ਤੇ ਕਿੱਥੇ ਪ੍ਰਾਪਤ ਹੋਇਆ, ਸੋ ਪਿਆਰੇ ਵਿਦਿਆਰਥੀਓ 527 ਨਿਰਵਾਣ ਤੋਂ ਭਾਵ ਇੱਥੇ ਇਹ ਹੈ ਕਿ ਮੌਤ, ਕਿ 527 ਈਸਵੀ ਦੇ ਵਿੱਚ ਪਾਵਾਪੁਰੀ ਰਾਜਗ੍ਰਹਿ ਦੇ ਲਾਗੇ, ਜੋ ਅੱਜ ਕੱਲ੍ਹ ਦੇ ਪਟਨਾ ਦੇ ਸ਼ਹਿਰ ਦੇ ਵਿੱਚ ਪੈਂਦਾ ਹੈ, ਉੱਥੇ ਇਹਨਾਂ ਦੇ ਜਿਹੜਾ ਨਿਰਵਾਣ ਪ੍ਰਾਪਤ ਹੋਇਆ। ਔਰ ਲਗਭਗ ਇਹਨਾਂ ਦੇ 14,000 ਪੈਰੋਕਾਰ ਇਹਨਾਂ ਦੇ ਸਵਾਮੀ ਮਹਾਵੀਰ ਦੇ ਸਨ। ਸੋ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ ਇਤਿਹਾਸ ਦੇ ਵਿੱਚ ਜੈਨ ਧਰਮ ਵਾਲੇ ਚੈਪਟਰ 'ਚ, ਵੀ ਕਿਹੜੇ ਸ਼ਾਸਕ ਦੇ ਸਮੇਂ ਜਿਹੜਾ ਜੈਨ ਧਰਮ ਆ ਉਹ ਦੋ ਸੰਪਰਦਾਵਾਂ ਦੇ ਵਿੱਚ ਜਿਹੜਾ ਵੰਡਿਆ ਗਿਆ। ਸੋ ਪਿਆਰੇ ਵਿਦਿਆਰਥੀਓ ਚੰਦਰਗੁਪਤ ਮੌਰੀਆ ਦੇ ਸਮੇਂ ਦੀ ਗੱਲ ਹੈ, ਜਦੋਂ ਇਹ ਜਿਹੜਾ ਜੈਨ ਧਰਮ ਹੈ ਦੋ ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ। ਔਰ ਇਹ ਸੰਪਰਦਾਵਾਂ ਕਿਹੜੀਆਂ ਸੀਗੀਆਂ? ਇੱਕ ਸੰਪਰਦਾ ਨਾਮ ਸੀ ਦਿਗੰਬਰ ਤੇ ਸ਼ੈਵਤੰਬਰ। ਸੋ ਇਹਦਾ ਵੰਡ ਦਾ ਵੀ ਮੁੱਖ ਕਾਰਨ ਕੀ ਸੀਗਾ ਕਿ ਮਗਧ ਦੇ ਵਿੱਚ 12 ਸਾਲ ਜਿਹੜਾ ਆ ਉਹ ਅਕਾਲ ਪੈ ਗਿਆ। ਕੁਝ ਲੋਕ ਜਿਹੜੇ ਆ ਉੱਥੋਂ ਚਲੇ ਗਏ, ਉਹਨਾਂ ਨੇ ਆਪਣਾ ਵੱਖਰਾ ਜਿਹੜਾ ਆ ਸੰਪਰਦਾਇ ਜਿਹੜਾ ਸ਼ੁਰੂ ਕਰ ਲਿਆ। ਔਰ ਕੁਝ ਲੋਕ ਉੱਥੋਂ ਜਿਹੜਾ ਨਹੀਂ ਗਏ, ਉਹਨਾਂ ਨੇ ਆਪਣੇ ਪੁਰਾਣੇ ਵਿਚਾਰਾਂ ਨੂੰ ਸਵੀਕਾਰ ਕੀਤਾ। ਸੋ ਜੇ ਇਹ ਗੱਲ ਕਰੀਏ ਕਿ ਦਿਗੰਬਰ ਸੰਪਰਦਾਇ ਦਾ ਮੁਖੀ ਕੌਣ ਸੀਗਾ, ਭੱਦਰਬਾਹੂ ਜਿਹੜਾ ਆ ਉਹਨਾਂ ਨੂੰ ਕਿਹਾ ਜਾਂਦਾ ਆ। ਔਰ ਦਿਗੰਬਰ ਦੇ ਲੋਕ ਜਿਹੜੇ ਆ ਉਹ ਕੱਪੜੇ ਜਿਹੜੇ ਆ ਨਹੀਂ ਸੀ ਪਾਉਂਦੇ ਹੈਗੇ, ਤੇ ਜਿਹੜੇ ਸ਼ੈਵਤੰਬਰ ਦੇ ਲੋਕ ਸੀਗੇ ਉਹ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਸੀ, ਤੇ ਮੂਰਤੀਆਂ ਦੇ ਵੀ ਚਿੱਟੇ ਰੰਗ ਦੇ ਕੱਪੜੇ ਜਿਹੜੇ ਆ ਉਹ ਪਾਉਂਦੇ ਸੀਗੇ। ਤੇ ਜੇ ਗੱਲ ਕਰੀਏ ਕਿ ਮਹਾਤਮਾ ਬੁੱਧ ਦੇ ਜਨਮ ਦੀ, ਉਹਨਾਂ ਦੇ ਬਚਪਨ ਦੀ, ਉਹਨਾਂ ਦੇ ਫਾਦਰ ਸਾਹਿਬ ਦੀ, ਸੋ ਮਹਾਤਮਾ ਬੁੱਧ ਦਾ ਜਨਮ ਜਿਹੜਾ 567 ਈਸਾ ਪੂਰਵ ਕਪਲਵਸਤੂ ਦੇ ਨੇੜੇ ਲੁਬਣੀ ਪਿੰਡ ਦੇ ਵਿੱਚ ਜਿਹੜਾ ਹੋਇਆ। ਪਿਤਾ ਦਾ ਨਾਂ ਜਿਹੜਾ ਸ਼ਸ਼ੋਧਨ ਸੀਗਾ, ਔਰ ਇਹਨਾਂ ਦੀ ਮਾਂ ਦਾ ਨਾਂ ਜਿਹੜਾ ਆ ਮਹਾਮਾਇਆ ਇਤਿਹਾਸਕਾਰਾਂ ਵੱਲੋਂ ਦੱਸਿਆ ਗਿਆ ਹੈ। ਜੋ ਇਹਨਾਂ ਦੇ ਫਾਦਰ ਸਾਹਿਬ ਸੀਗੇ ਉਹ ਸ਼ਾਕਿਆ ਗਣਰਾਜ, ਜਿਹੜਾ ਅੱਜ ਕੱਲ ਕਹਿ ਲਓ ਕਿ ਆਧੁਨਿਕ ਤਰਾਈ ਦਾ ਪ੍ਰਦੇਸ਼ ਸੀਗਾ ਨੇਪਾਲ ਦੇ ਲਾਗੇ, ਉੱਥੇ ਉਹਦੇ ਮੁਖੀ ਸੀਗੇ। ਸੋ ਸ਼ਾਕਿਆ ਗਣਰਾਜ ਦੀ ਰਾਜਧਾਨੀ ਉਸ ਵੇਲੇ ਕਪਲਵਸਤੂ ਜਿਹੜੀ ਆ ਉਹ ਸੀਗੀ। ਸੋ ਮਹਾਤਮਾ ਬੁੱਧ ਦੇ ਜਨਮ ਵਾਲੇ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਵੀ ਕਿਸ ਸਾਧੂ ਸੰਤ ਨੇ ਭੇਖਾਨੀ ਕੀਤੀ ਸੀ ਕਿ ਇਹ ਬੰਦਾ ਜਿਹੜਾ ਮਹਾਨ ਧਾਰਮਿਕ ਪੁਰਸ਼ ਬਣੇਗਾ। ਸੋ ਆਸ਼ਿਤ ਉਸ ਰਿਸ਼ੀ ਦਾ ਨਾਂ ਹੈ ਜਿਸ ਨੇ ਭੇਖਾਨੀ ਜਿਹੜੀ ਆ ਕੀਤੀ ਸੀਗੀ। ਸੋ ਜੇ ਗੱਲ ਕਰੀਏ ਇਹਨਾਂ ਦੇ ਬਚਪਨ ਦਾ ਨਾਂ, ਸੋ ਸਿਧਾਰਥ ਜਿਹੜਾ ਇਹਨਾਂ ਦਾ ਬਚਪਨ ਦਾ ਨਾਂ ਜਿਹੜਾ ਸੀਗਾ, ਤੇ ਰਾਜਕੁਮਾਰੀ ਜਸ਼ੋਧਰਾ ਦੇ ਨਾਲ ਜਿਹੜਾ ਇਹਨਾਂ ਦਾ ਵਿਆਹ ਹੋਇਆ। ਇਹਨਾਂ ਦੇ ਘਰ ਜੋ ਬੇਟਾ ਪੈਦਾ ਹੋਇਆ ਉਸ ਦਾ ਨਾਂ ਜਿਹੜਾ ਰਾਹੁਲ ਸੀਗਾ। ਸੋ ਇਹ ਵੀ ਕੁਐਸਚਨ ਕਈ ਵਾਰੀ ਪੁੱਛਿਆ ਜਾਂਦਾ ਕਿ ਰਾਹੁਲ ਦਾ ਜਿਹੜਾ ਆ ਅਰਥ ਕੀ ਹੈ। ਸੋ ਪਿਆਰੇ ਵਿਦਿਆਰਥੀਓ ਰਾਹੁਲ ਦਾ ਅਰਥ ਜਿਹੜਾ ਹੈ ਬੰਧਨ ਜਿਹੜਾ ਅਸੀਂ ਉਹ ਕਹਿ ਸਕਦੇ ਹੈਗੇ ਆ। ਜੇ ਗੱਲ ਕਰੀਏ ਕਿ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ, ਬੋਧ ਗਿਆ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ। ਪਿੱਪਲ ਦੇ ਬ੍ਰਿਕਸ਼ ਦੇ ਹੇਠਾਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਜਿਹੜੀ ਆ ਹੋਈ। ਔਰ 48 ਦਿਨ ਸਮਾਧੀ ਜਿਹੜੀ ਇਹਨਾਂ ਦੀ ਲੱਗੀ ਗਈ। ਔਰ ਉਸ ਰੁੱਖ ਨੂੰ ਅੱਜ ਇਤਿਹਾਸਕਾਰਾਂ ਦੇ ਵਿੱਚ ਕਹਿ ਲਓ, ਜੈਨ ਧਰਮ ਦੇ ਵਿੱਚ, ਬੁੱਧ ਧਰਮ ਦੇ ਵਿੱਚ ਮਹਾਬੋਧੀ ਰੁੱਖ ਦੇ ਨਾਲ ਜਿਹੜਾ ਆ ਉਹ ਕਿਹਾ ਜਾਂਦਾ ਆ। 35 ਸਾਲ ਦੀ ਉਸ ਵੇਲੇ ਜਿਹੜੀ ਇਹਨਾਂ ਦੀ ਉਮਰ ਸੀਗੀ। ਸੋ ਇਹ ਕੁਐਸਚਨ ਕੁਝ ਜ਼ਿਆਦਾ ਇੰਪੋਰਟੈਂਟ ਆ ਕਿ ਇਹਨਾਂ ਨੇ ਜਿਹੜਾ ਪਹਿਲਾ ਉਪਦੇਸ਼ ਆ ਮਹਾਤਮਾ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕਿੱਥੇ ਦਿੱਤਾ। ਬਨਾਰਸ ਦੇ ਨੇੜੇ ਇੱਕ ਸਾਰਨਾਥ ਜਗ੍ਹਾ ਹੈ ਬੱਚਿਓ, ਉੱਥੇ ਇਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ। ਔਰ ਪਹਿਲਾ ਉਪਦੇਸ਼ ਦਿੱਤਾ ਕਿ ਇਹਨਾਂ ਨੂੰ ਜਿਹੜੇ ਇਹਨਾਂ ਦੇ ਆਪਣੇ 5 ਸਾਥੀ ਸੀਗੇ, ਜਿਹੜੇ ਇਹਨਾਂ ਦੇ 5 ਸ਼ਰਧਾਲੂ ਸੀਗੇ, ਉਹਨਾਂ ਨੂੰ ਜਿਹੜਾ ਇਹਨਾਂ ਨੇ ਦਿੱਤਾ ਆਪਣਾ ਉਪਦੇਸ਼। ਔਰ ਆਪਣਾ ਸਰੀਰ ਕਦੋਂ ਤਿਆਗਿਆ? 487 ਦੇ ਵਿੱਚ ਵਿਸਾਖੀ ਦੀ ਪੂਰਨਮਾਸ਼ੀ ਵਾਲੇ ਦਿਨ। ਔਰ ਕਿਹਾ ਜਾਂਦਾ ਕਿ ਇਹਨਾਂ ਦੇ ਜਿਹੜੇ ਅੰਤਮ ਸ਼ਬਦ ਸੀਗੇ ਮੌਤ ਦੇ ਵੇਲੇ, ਜਦੋਂ ਮਹਾਤਮਾ ਬੁੱਧ ਦੀ ਮੌਤ ਹੋਣ ਲੱਗੀ, ਇਹਨਾਂ ਨੂੰ ਪਹਿਲਾ ਗਿਆਨ ਹੋ ਗਿਆ। ਅੰਤਮ ਸ਼ਬਦ ਮੂੰਹ ਦੇ ਵਿੱਚੋਂ ਇਹ ਨਿਕਲਿਆ ਕਿ ਦੁਨੀਆ ਦੀ ਹਰ ਚੀਜ਼ ਜਿਹੜੀ ਆ ਨਾਸ਼ਵਾਨ ਆ, ਤੇ ਮਿਹਨਤ ਦੇ ਨਾਲ ਜਿਹੜੀ ਆ ਹਰ ਮੁਕਤੀ ਜਿਹੜੀ ਮਿਲ ਜਾਂਦੀ ਆ। ਔਰ ਇਹ ਵੀ ਕਿਹਾ ਜਾਂਦਾ ਆ ਕਿ ਜਦੋਂ ਇਹਨਾਂ ਦੀ ਮੌਤ ਹੋਈ ਤੇ ਫੁੱਲ ਖਿੜਨ ਦਾ ਮੌਸਮ ਨਹੀਂ ਸੀ, ਪਰ ਫਿਰ ਵੀ ਉਹ ਜਿਹੜੇ ਬ੍ਰਿਖ ਸੀਗੇ ਜਿਨ੍ਹਾਂ ਨੂੰ ਫੁੱਲ ਖਿੜਨ ਦਾ ਮੌਸਮ ਨਹੀਂ ਸੀ, ਫੁੱਲ ਖਿੜੇ। ਔਰ ਇਹਨਾਂ ਦੇ ਉੱਪਰ ਫੁੱਲਾਂ ਦੀ ਜਿਹੜੀ ਆ ਵਰਖਾ ਜਿਹੜੀ ਆ ਉਹ ਹੋਈ। ਔਰ ਕੁਸ਼ੀ ਨਗਰ ਦੇ ਵਿੱਚ ਜਿਹੜਾ ਆਪਣੇ ਸਰੀਰ ਆ ਉਹ ਤਿਆਗ ਦਿੱਤਾ ਗਿਆ। ਔਰ ਜੈਨ ਧਰਮ ਦੇ ਵਿੱਚ ਇਹਨਾਂ ਦੇ ਸਰੀਰ ਦੇ ਤਿਆਗਣ ਦੀ ਘਟਨਾ ਨੂੰ ਮਹਾ ਪਰਿਨਿਰਵਾਣ ਦੇ ਨਾਂ ਦੇ ਨਾਲ ਜਿਹੜਾ ਆ ਉਹ ਜਾਣਿਆ ਜਾਂਦਾ ਹੈਗਾ ਆ। ਸੋ ਇੱਕ ਇਹ ਵੀ ਕੁਐਸਚਨ ਬੜਾ ਹੈ ਕਿ ਉਹਨਾਂ ਨੇ 4 ਮਹਾਤਮਾ ਬੁੱਧ ਦੇ ਸਿੱਖਿਆਵਾਂ ਦਾ ਆਧਾਰ ਕੀ ਹੈ? 4 ਮਹਾਨ ਸੱਚਾਈਆਂ। ਪਿਆਰੇ ਵਿਦਿਆਰਥੀਓ, ਇਹਨਾਂ ਨੇ ਆਪਣੇ ਜੀਵਨ 'ਚ ਜਦੋਂ ਤਪੱਸਿਆ ਕਰਨ ਲਈ ਗਏ ਤੇ 4 ਇਹਨਾਂ ਨੇ ਦ੍ਰਿਸ਼ ਦੇਖੇ, 4 ਸੀਨ ਦੇਖੇ, ਕਿਉਂਕਿ ਇਹਨਾਂ ਦੇ ਪਾਲਣ ਪੋਸ਼ਣ ਲਈ ਬੜਾ ਵਧੀਆ ਪ੍ਰਬੰਧ ਸੀਗਾ। ਇਹਨਾਂ ਨੂੰ ਦੁੱਖ ਤਕਲੀਫਾਂ ਬਾਰੇ ਬਿਲਕੁਲ ਨਹੀਂ ਸੀ ਪਤਾ, ਬਹੁਤ ਖਿਆਲ ਰੱਖਿਆ ਜਾਂਦਾ ਸੀ। ਮਹਿਲਾਂ ਵਿੱਚ ਪਲੇ ਸੀ।
ਇੱਕ ਦਿਨ ਆਪਣੇ ਮਿੱਤਰ ਚੰਨੋ ਦੇ ਨਾਲ ਇਹ ਬਾਹਰ ਘੁੰਮਣ ਗਏ। ਇੱਕ ਬੁੱਢਾ ਮਿਲਿਆ ਜਿਹਨੂੰ ਘਰਦਿਆਂ ਨੇ ਬਾਹਰ ਕੱਢਿਆ ਸੀਗਾ। ਇੱਕ ਬਿਮਾਰ ਮਿਲਿਆ ਜਿਹੜਾ ਕਿ ਦੁਖੀ ਬੜਾ ਸੀਗਾ। ਫਿਰ ਲੋਕੀ ਮੁਰਦਾ ਲੈ ਕੇ ਜਾ ਰਹੇ ਸੀ, ਉਹਦੇ ਸਕੇ ਸੰਬੰਧੀ ਜਿਹੜੇ ਆ ਉੱਤੇ ਉਹਨੂੰ ਰੋਹ ਪਿੱਟ ਜਿਹੜੇ ਰਹੇ ਸੀਗੇ। ਸੋ ਇੱਕ ਸਾਧੂ ਮਿਲਿਆ ਜਿਹੜਾ ਸੱਚ ਦੀ ਭਾਲ ਵਿੱਚ ਜੰਗਲ ਜਿਹੜਾ ਆ ਉਹ ਜਾ ਰਿਹਾ ਸੀਗਾ। ਇਹ 4 ਸਈਆਂ ਸੀਗੀਆਂ ਔਰ ਇਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਅਸ਼ਟਮਾਰਗ ਤੇ ਚੱਲਣ ਲਈ ਜਿਹੜਾ ਆ ਕਿਹਾ ਆ। ਅਸ਼ਟਮਾਰਗ ਦਾ ਦੂਜਾ ਨਾਂ ਕੀ ਹੈ? ਸੋ ਪਿਆਰੇ ਵਿਦਿਆਰਥੀਓ, ਅਸ਼ਟਮਾਰਗ ਦਾ ਦੂਜਾ ਨਾਂ ਹੈ ਮੱਧ ਮਾਰਗ। ਸੋ ਬੋਧੀ ਸੰਘ ਦੀ ਸਥਾਪਨਾ ਮਹਾਤਮਾ ਬੁੱਧ ਨੇ ਜਿਹੜੀ ਆ ਇਹ ਕੀਤੀ ਸੀਗੀ। ਸੋ ਇਸ ਤੋਂ ਵਿੱਚੋਂ ਜੀ ਅਗਲੇ ਕੁਐਸਚਨ ਦੀ ਗੱਲ ਅਸੀਂ ਕਰੀਏ ਇਸ ਪਾਠ ਦੇ ਵਿੱਚੋਂ ਕਿ ਮਹਾਤਮਾ ਬੁੱਧ ਦੇ ਨਿਰਵਾਣ ਤੋਂ ਬਾਅਦ ਜਾਂ ਕਹਿ ਲਓ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦਾ ਧਰਮ ਵੀ 2 ਜਿਹੜਾ ਆ ਸੰਪਰਦਾਵਾਂ ਵਿੱਚ ਵੰਡਿਆ ਗਿਆ, ਹੀਨਯਾਨ ਤੇ ਮਹਾਯਾਨ। ਜਿਨ੍ਹਾਂ ਨੇ ਤਾਂ ਬੁੱਧ ਧਰਮ ਦੇ ਵਿੱਚ ਸਮੇਂ ਦੀ ਨਿਜਾਕਤ ਨੂੰ ਦੇਖ ਕੇ ਜਿਹੜੀ ਚੇਂਜਸ ਕੀਤੀ, ਜਿਨ੍ਹਾਂ ਨੇ ਸਹਿਨ ਕਰ ਲਿਆ, ਉਹ ਮਹਾਯਾਨ ਦੇ ਵਿੱਚ ਆ ਗਏ। ਜਿਹੜੇ ਇਹਦੇ ਵਿਰੋਧੀ ਬਣ ਗਏ ਉਹਨਾਂ ਨੂੰ ਜਿਹੜਾ ਆ ਹੀਨਯਾਨ ਕਿਹਾ ਗਿਆ। ਔਰ ਮਹਾਯਾਨ ਜਿਹੜਾ ਰਾਜਾ ਕਨਿਸ਼ਕ ਦੇ ਸਮੇਂ ਜਿਹੜਾ ਉਹਦੀ ਸਥਾਪਨਾ ਜਿਹੜੀ ਆ ਹੋਈ ਹੈਗੀ ਸੀਗੀ। ਔਰ ਹੀਨਯਾਨ ਦੀ ਗੱਲ ਕਰੀਏ ਕਿੰਨੇ ਸਮਰਥਨ ਕੀਤਾ, ਤੇ ਰਾਜਾ ਅਸ਼ੋਕ ਨੇ ਜਿਹੜਾ ਇਹਦਾ ਬਹੁਤ ਸਾਰਾ ਜਿਹੜਾ ਆ ਸਮਰਥਨ ਜਿਹੜਾ ਆ ਕੀਤਾ ਸੀਗਾ। ਸੋ ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਆ ਵੀ ਕਿਹੜੇ ਹੁਣ ਸ਼ਾਸਕ ਨੇ ਹਜ਼ਾਰਾਂ ਬੋਧੀਆਂ ਦਾ ਕਤਲ ਕਰਵਾ ਦਿੱਤਾ। ਸੋ ਪਿਆਰੇ ਵਿਦਿਆਰਥੀਓ, ਅੰਸਰ ਇਹਦਾ ਮੇਰ ਕੁਲਿਆ ਹੁਣ ਜਾਤੀ ਤੋਂ ਭਾਵ ਇੱਥੇ ਆ ਕਿ ਵਿਦੇਸ਼ੀ ਹਮਲਾਵਰ ਸਾਡੇ ਹਿੰਦੁਸਤਾਨ ਆਏ ਸੀਗੇ। ਉਹਨਾਂ ਵਿੱਚੋਂ ਇੱਕ ਜਾਤੀ ਹੂਣਾ ਦੀ ਸੀਗੀ, ਉਹਨੇ ਹਜ਼ਾਰਾਂ ਭਿਕਸ਼ੂਆਂ ਦਾ ਜਿਹੜਾ ਆ ਕਤਲ ਕਰਾਇਆ ਸੀਗਾ। ਉਸ ਹੁਣ ਜਾਤੀ ਸਰਦਾਰ ਦਾ ਨਾਂ ਸੀਗਾ ਮੇਹਰ ਕੁਲ। ਸੋ ਇਹ ਸਾਡਾ ਪਾਠ ਜਿਹੜਾ ਹੈ ਇਹਦੇ ਇੰਪੋਰਟੈਂਟ ਕੁਐਸਚਨ ਜਿਹੜੇ ਇੱਥੇ ਹੀ ਸਮਾਪਤ ਹੁੰਦੇ।